ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। पंज प्याले पंज पीर छठम पीर बैठा गुर भारी अर्जुन काया पलट के भूरत हर गोबिंद सवारी चली पीड़ी सोढ़ियां रूप दिखावन वारो वारी दल पंजन गुर सूरमा वड जोधा वो पर उपकारी वड जोधा वो पर उपकारी आनंद गुणी निदान गुरु गरीब नवाजी जपो सतनाम श्री वाहे गुरु जी। मेरी पीरी वाले सतगुरु छे में पातशाह मेरी पीरी वाले सतगुरु छे में पातशाह भक्ति शक्ति वालियां पैनियां दो तलवारां परोपकारी ते बलकारी जोधे सूर में परोपकारी ते बलकारी जोधे सूर में कीते युद्ध धर्म लई रखी फौज हजारा ਉਹਨਾਂ ਅੰਮ੍ਰਿਤਸਰ ਵਿੱਚ ਰਚਿਆ ਤਖਤ ਅਕਾਲ ਦਾ ਉਹਨਾਂ ਅੰਮ੍ਰਿਤਸਰ ਵਿੱਚ ਰਚਿਆ ਤਖਤ ਅਕਾਲ ਦਾ ਨਥਾ ਅਬਦੁਲ ਢਾਡੀ ਪੜਦੇ ਢਾਡੀ ਵਾਰਾ ਉਹਦੇ ਤੀਰ ਮਦਾਨੇ ਜਾਨ ਹਵਾ ਵਿੱਚ ਛੂਕਦੇ ਉਹਦੇ ਤੀਰ ਮਦਾਨੇ ਜਾਨ ਹਵਾ ਵਿੱਚ ਛੂਕਦੇ ਦੁਸ਼ਮਣ ਚੱਲ ਨਾ ਸਕਿਆ ਉਹ ਤੀਰਾਂ ਦੀਆਂ ਮਾਰਾਂ किथे चार जंग दंग रह गए दुश्मन वेख के किथे चार जंग दंग रह गए दुश्मन वेख के ओदे चरना उत्ते झुका मन के हारा ਉਹਦੀਆਂ ਤੇਗਾਂ ਨੇ ਮੂੰਹ ਭੰਨਿਆ ਸੀ ਹੰਕਾਰ ਦਾ ਉਹਦੀਆਂ ਤੇਗਾਂ ਨੇ ਮੂੰਹ ਭੰਨਿਆ ਸੀ ਹੰਕਾਰ ਦਾ ਮੁਕਤੀ ਮੰਗੀ ਪੈਂਦੇ ਖਾਨ ਜਾਏ ਬਦਕਾਰਾ
सागर की सिफता करे सोडी सरकार दियां सागर की सिफता करे सोडी सरकार दियां सानू बख्श दित्तियां अणख दियां दस्तारां सानू बख्श दित्तियां अणख दियां दस्तारां सानू बख्श दित्तियां अणख दियां दस्तारां। वाहिगुरु जी वाहिगुरु। नूर इलाही इलाही ये मुजस्मा ए मोहब्बत परम पूजिए पाक वालिए कुल आलम साहिबे सहावा हजूरे अनवर सरवरे कायनात 10 पातशाहियां दी आत्मक जोत हाजरा हजूर जहरा जहूर सर्ब कला भरपूर बाणी के बोहेत नाम के जहाज शब्दा अवतार साहिबे कमाल कोटा ब्रह्मंडा दे मालक सतगुरु राजान राज पनान पान देवान देव उपमा महान सतगुरु गरीब नवाज साहिब श्री गुरु ग्रंथ साहिब महाराज जी की पावन पवित्र हजूरी अंदर आओ गुरुद्वारा तप स्थान पंबरा विखे सालाना जोड़ मेले दियां हाजरियां भर रहे हो बड़ भागे हो। भगत भाव इहो मार्ग बिखड़ा गुरुद्वारे को पावै कहे नानक जिस करे कृपा सो हर भगती चित लावे। सतगुरु गुरु अमरदास महाराज जी दे बचन है कहते ये मार्ग बड़ा बिखड़ा है जिस मार्ग ते चल के तुसी पहुंचे हो ते बैठे हो सतगुरु धन गुरु ग्रंथ साहिब महाराज जी की पावन पवित्र हजूरी च ये मार्ग बड़ा बिखड़ा है बड़ा कठिन रस्ता है औखा है भगती नूं कमाउणा। किसे सिख ने सतगुरु गुरु अमरदास महाराज अगे ये बेनती की महाराज कृपा करो तेरे दरबार विच आ जाने आ जिन्नी देर तक कथा कीर्तन इतिहास चलता है उन्नी देर तक ते आनंद वरतदा रहिंदा है ते जदों बाहर चले जाने संसार घर विच ਉਹ ਸਾਡਾ ਆਨੰਦ ਫਿਰ ਕਿਤੇ ਗਵਾਚ ਜਾਂਦਾ ਹੈ। ਕਿਰਪਾ ਕਰੋ ਕਿ ਜਿਹੜਾ ਆਨੰਦ ਦੀਵਾਨ ਵਿੱਚ ਬੈਠਿਆਂ ਬਣਦਾ ਹੈ ਉਹ ਸਦਾ ਹੀ ਜੀਵਨ ਵਿੱਚ ਬਣਿਆ ਰਹੇ ਕੋਈ ਐਸੀ ਕਿਰਪਾ ਕਰੋ। ਤੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਭਾਏ। ਭਾਏ ਕਹਿੰਦੇ ਨੇ ਹੁਕਮ ਨੂੰ ਕਹਿੰਦੇ ਜੇ ਸਤਿਗੁਰੂ ਦੇ ਹੁਕਮ ਵਿੱਚ ਤੁਰਦੇ ਹੋ ਤੇ ਆਪਾਂ ਸਾਰੇ ਜਾਣਦੇ ਆ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਤੇ ਮੰਨਣਾ ਔਖਾ ਹੈ ਪਰ ਜਿਹੜਾ ਮੰਨ ਲੈਂਦਾ ਹੈ ਜਿਹੜਾ ਹੁਕਮ ਤੇ ਚੱਲਦਾ ਹੈ ਉਹ ਬਖਸ਼ਿਸ਼ ਪਾ ਲੈਂਦਾ ਹੈ। ਸਤਿਗੁਰੂ ਮਹਾਰਾਜ ਨੇ ਪਹਿਲੀ ਪੰਕਤੀ ਚ ਕਿਹਾ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਪਾਏ। ਅਗਲੀ ਪੰਕਤੀ ਵਿੱਚ ਜ਼ਿਕਰ ਹੈ ਸਤ ਸੰਗਤੀ ਬਹਿ ਭਾਓ ਕਰ। ਪਹਿਲੀ ਚ ਭਾਏ ਸ਼ਬਦ ਹੈ ਹੁਕਮ ਤੇ ਦੂਸਰੀ ਪੰਕਤੀ ਚ ਹੈ ਭਾਓ ਪ੍ਰੇਮ। ਕਹਿੰਦੇ ਸਤ ਸੰਗਤ ਵਿੱਚ ਬਹਿਣਾ ਹੈ ਤੇ ਪ੍ਰੇਮ ਦੀ ਅਵਸਥਾ ਬਣਾ ਆਪਣੇ ਗੁਰੂ ਨਾਲ ਪ੍ਰੇਮ ਦੀ ਅਵਸਥਾ ਪ੍ਰਤੀਤ ਬਣ ਜਾਏ ਅਕੀਦਾ ਭਰੋਸਾ ਬਣ ਜਾਏ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵਈਆ ਅਗੰਤ ਭਰੇ ਭੰਡਾਰ। ਆਓ ਗੁਰੂ ਦੀ ਕਿਰਪਾ ਬਖਸ਼ਿਸ਼ ਨੂੰ ਲੈ ਰਹੇ ਹੋ ਇੱਥੇ ਹੀ ਇਹ ਆਨੰਦ ਜਿਹੜਾ ਆਨੰਦ ਇੱਥੇ ਵਰਤਦਾ ਹੋਰ ਕਿਤੇ ਨਹੀਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਦੀ ਪਾਲਣਾ ਕਰ ਰਹੇ ਹੋ ਆਨੰਦਮਈ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹੋ ਅਸੀਸ ਬਖਸ਼ਿਸ਼ ਕਰੋ ਕੁਝ ਬੋਲਣ ਦਾ ਬਲ ਦਿਓ। ਗੁਰੂ ਤੋਂ ਬਾਅਦ ਦੂਸਰਾ ਦਰਜਾ ਤੁਹਾਡਾ ਸੰਗਤ ਦਾ ਹੈ ਭਾਵੇਂ ਇਹ ਮਾਣ ਮਿਲਿਆ ਹੈ ਉਹਨਾਂ ਮਹਾਂਪੁਰਖਾਂ ਨੂੰ ਸੰਤ ਜਨਾਂ ਨੂੰ ਜਿਹੜੇ ਸੰਤ ਜਨ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹੜੇ ਸਾਈਂ ਵਰਗੇ ਹੁੰਦੇ ਨੇ। ਇੱਕ ਜ਼ਿਕਰ ਕਰਦਾ ਹੁੰਦਾ ਬੰਦਾ ਪੁੰਨ ਕਰੇ ਨਾ ਦਾਨ ਕਰੇ ਨੇਕ ਕਰਮ ਕਰੇ ਸਾਰੇ ਹੀ ਕਰਮ ਚੰਗੇ ਨੇ। ਚੰਗੇ ਕਰਮ ਕਰਨ ਵਾਲੇ ਨੂੰ ਨਾ ਸੰਸਾਰ ਚੰਗਾ ਕਹਿੰਦਾ ਹੈ। ਸੰਸਾਰ ਤੇ ਉਹਨੂੰ ਹੀ ਚੰਗਾ ਕਹੇਗਾ ਨਾ ਜਿਹੜਾ ਕੋਈ ਚੰਗੇ ਕਰਮ ਕਰੇ ਤੇ ਨਿਰੰਕਾਰ ਕਿਹਨੂੰ ਚੰਗਾ ਕਹਿੰਦਾ ਬਈ ਨਿਰੰਕਾਰ ਉਹਨੂੰ ਚੰਗਾ ਕਹਿੰਦਾ ਜਿਹੜਾ ਉਹਦਾ ਨਾਮ ਜਪੇ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ ਸਭ ਤੋਂ ਵੱਡੀ ਵਡਿਆਈ ਨਾਮ ਦੀ ਹੈ ਤੇ ਜਿਨ੍ਹਾਂ ਜਪਿਆ ਹੈ ਜਿਨ੍ਹਾਂ ਨੇ ਤਪ ਕੀਤਾ ਹੈ ਸਿਮਰਨ ਉਹਨਾਂ ਦੀ ਕਮਾਈ ਖਾ ਰਹੇ ਹਾਂ। ਬਹਾਦਰੇ ਬਾਬਾ ਬਿਧੀ ਚੰਦ ਦਲ ਸੰਪਰਦਾਏ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸੰਗਤ ਵਿੱਚ ਬੈਠੇ ਨੇ ਹਰ ਜਨ ਕਿਉਂਕਿ ਫਰਕ ਕੋਈ ਨਹੀਂ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਮਹਿਮਾ ਸਾਧੂਆਂ ਦੀ ਜਾਣਨੀ ਬੜੀ ਔਖੀ ਜਾਣਨ ਵਾਲੇ ਨੂੰ ਰੱਬ ਮਿਲਾ ਦਿੰਦੇ। ਸੰਤ ਬਾਬਾ ਗੁਰਬਚਨ ਸਿੰਘ ਜੀ ਬੈਠੇ ਮੇਰੇ ਵਾਸਤੇ ਤੇ ਬੜੀ ਵੱਡੀ ਇੱਕ ਬਖਸ਼ਿਸ਼ ਤੇ ਰਹਿਮਤ ਵਾਲੀ ਗੱਲ ਹੈ।
ਭਾਵੇਂ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਗੁਰੂ ਮਹਾਰਾਜ ਨੇ ਕਿਹਾ ਸੰਗਤ, ਤੇ ਸੰਗਤ ਵਿੱਚ ਕੋਈ ਰੱਬ ਦਾ ਪਿਆਰਾ ਸੰਤ ਜਨ, ਤੇ ਉਹ ਸੰਪਰਦਾ ਜਿਹਨੂੰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਬਖਸ਼ਿਸ਼ਾਂ ਦੇ ਕੇ ਨਵਾਜ ਗਏ ਹੋਣ, ਉਹਦੇ ਨਾਲ ਸੰਬੰਧਿਤ ਹੋਣ। ਸੰਤ ਬਾਬਾ ਦਇਆ ਸਿੰਘ ਦੇ ਸਾਹਿਬਜ਼ਾਦੇ, ਉਹ ਮਹਾਂਪੁਰਖ ਜਿਨ੍ਹਾਂ ਦੀ ਬਾਬਤ ਦੋ ਲਾਈਨਾਂ ਕਹਿ ਰਿਹਾ ਹਾਂ। ਮੇਰੇ ਵੱਡੇ ਪੁਰਖਿਆਂ ਨੇ ਦੱਸਿਆ, ਸਟੇਜ ਤੇ ਸਭਾਏਮਾਨ ਹੈ ਬਾਬਾ ਗੁਰਰਾਜਪਾਲ ਸਿੰਘ ਜੀ, ਇਹਨਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ ਹੈ। ਹਕੀਕਤ ਹੈ ਗੁਰੂ ਕੇ ਪਿਆਰਿਓ, ਅਸੀਂ 3 ਭਾਈ ਹਾਂ, 2 ਢਾਡੀ ਕਲਾ ਨਾਲ ਜੁੜੇ ਹੋਏ ਹਾਂ, ਇੱਕ ਜ਼ਿਮੀਂਦਾਰ ਕਿੱਤੇ ਨਾਲ ਸੰਬੰਧਿਤ ਹੈ। ਸਤਿਗੁਰੂ ਨੇ ਕਿਰਪਾ ਕੀਤੀ, 60-65 ਕਿੱਲੇ ਜ਼ਮੀਨ ਬਖਸ਼ੀ ਹੈ, ਤੇ ਮਹਾਂਪੁਰਖਾਂ ਦੀਆਂ ਬਖਸ਼ਿਸ਼ਾਂ ਤੇ ਅਰਦਾਸਾਂ ਨਾਲ ਬਾਬਾ ਮਹਾਰਾਜ ਸਿੰਘ ਜੀ ਦੇ ਅਸਥਾਨ ਤੇ, ਕਿਉਂਕਿ ਆਜ਼ਾਦੀ ਘੁਲਾਟੀ ਹੈ ਨਾ, ਜੇ ਵੇਖਿਆ ਜਾਏ ਤੇ ਦੇਸ਼ ਦੀ ਆਜ਼ਾਦੀ ਵਾਸਤੇ ਜੋ ਬਾਬਾ ਮਹਾਰਾਜ ਸਿੰਘ ਜੀ ਕਰ ਗਏ ਘਾਲਣਾ, ਮਹਾਨ ਹਸਤੀ ਸੀ। ਕਿਤੇ ਬਣਿਆ ਸਮਾਂ ਤੇ ਉਹਨਾਂ ਦਾ ਜੀਵਨ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂਗੇ। ਮਹਾਂਪੁਰਖ ਬੈਠੇ ਨੇ ਸਟੇਜ ਤੇ, ਉਹਨਾਂ ਨੇ ਥਾਪੜਾ ਦਿੱਤਾ, ਆਸੀਸ ਦਿੱਤੀ ਹੈ। ਛੋਟੇ ਹੁੰਦਿਆਂ ਅੰਮ੍ਰਿਤਸਰ ਜਿਹੜਾ ਸਥਾਨ ਛਾਉਣੀ ਜਿੱਥੇ ਹੈ ਮਹਾਂਪੁਰਖਾਂ ਦਾ ਸਥਾਨ, ਉੱਥੇ ਮੈਂ ਛੋਟੀ ਉਮਰ ਤੋਂ ਹੀ ਕਵਿਤਾਵਾਂ ਪੜ੍ਹਦਾ ਹੁੰਦਾ ਸੀ, ਤੇ ਮਹਾਂਪੁਰਖਾਂ ਨੇ ਮੈਨੂੰ ਅਸੀਸਾਂ ਦੇ ਕੇ ਇੱਥੋਂ ਤੱਕ ਲੈ ਕੇ ਆਂਦਾ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸੰਤ ਬਾਬਾ ਗੁਰਬਚਨ ਸਿੰਘ ਉਹਨਾਂ ਨੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਾ ਦਿੱਤੇ। ਸੂਰਬੀਰ ਬਚਨ ਕੇ ਬਲੀ, ਸਾਧ ਬਚਨ ਅਟਲਾਦਾ, ਜਿਨ੍ਹਾਂ ਦੇ ਬਚਨਾਂ ਨਾਲ ਸਾਡੇ ਮਾਪਿਆਂ ਨੇ, ਸਾਡੇ ਮਾਤਾ ਪਿਤਾ ਨੇ ਦੱਸਿਆ ਵੀ ਤੁਹਾਡਾ ਜਨਮ ਜਿਹੜਾ ਮਹਾਂਪੁਰਖਾਂ ਦੇ ਬਚਨਾਂ ਕਰਕੇ ਹੋਇਆ ਸੀ। ਇੱਕ ਚੜ੍ਹਦੀ ਕਲਾ ਦਾ ਜਕਾਰਾ ਮਹਾਂਪੁਰਖਾਂ ਦੇ ਨਾਂ ਤੇ ਲਾ ਕੇ ਮੈਂ ਪ੍ਰਸੰਗ ਪੀਰੀ ਤੇ ਮੀਰੀ ਦੇ ਸਿਧਾਂਤ ਨੂੰ ਤੁਹਾਡੇ ਸਨਮੁਖ ਕਰਨਾ ਹੈ। ਪਿਆਰ ਦੇ ਘਰ ਵਿੱਚ ਆਓ, ਇੱਕ ਜਕਾਰਾ ਗਜਾਓ, ਫਿਰ ਫਤਿਹ ਬੁਲਾਓ ਤੇ ਆਪਾਂ ਅੱਗੇ ਤੁਰੀਏ। ਭੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਮਹਿਮਾ ਸਾਧੂਆਂ ਦੀ ਜਾਣਨੀ ਬੜੀ ਔਖੀ, ਜਾਣਨ ਵਾਲੇ ਨੂੰ ਰੱਬ ਮਿਲਾ ਦਿੰਦੇ। ਮੰਨਣਾ ਪੈਂਦਾ ਹੈ ਪ੍ਰਭੂ ਪਰਮਾਤਮਾ ਨੂੰ, ਜਿਹੜਾ ਬਚਨ ਮੁਖੋਂ ਫਰਮਾ ਦਿੰਦੇ, ਬੱਲਾ ਪਕੜਦਾ ਜੋ ਪੂਰੇ ਸਾਧੂਆਂ ਦਾ, ਉਹਦੀਆਂ ਜੜਾਂ ਪਤਾਲ ਲਗਾ ਦਿੰਦੇ, ਅਰਸ਼ੋ ਫਰਸ਼ ਤੇ ਫਰਸ਼ ਤੋਂ ਅਰਸ਼ ਕਰਦੇ, ਐਸਾ ਭਾਣਾ ਵੀ ਏ ਵਰਤਾ ਦਿੰਦੇ, ਹੋ ਜਾਏ ਨਜ਼ਰ ਸਵੱਲੀ ਜੇ ਸਾਧੂਆਂ ਦੀ, ਬਾਦਸ਼ਾਹ ਨਾ ਫਕੀਰੀ ਟਕਰਾ ਦਿੰਦੇ, ਸਾਗਰ ਸਾਧੂ ਹੀ ਡੂੰਘੇ ਭਵ ਸਾਗਰਾਂ ਚੋਂ ਡੁੱਬਦੇ ਹੋਏ ਨੂੰ ਪਾਰ ਲੰਘਾ ਦਿੰਦੇ। ਸਾਧੂਆਂ ਦੀ ਸੰਗਤ ਕਰਦੇ ਹੋ, ਤਰੋਗੇ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ। ਅੱਜ ਇਹ ਅਸਥਾਨ ਦੀਆਂ ਹਾਜ਼ਰੀਆਂ ਜੇ ਭਰ ਰਹੇ ਹੋ ਤੇ ਵੱਡੀਆਂ ਬਖਸ਼ਿਸ਼ਾਂ ਮਿਲਣਗੀਆਂ। ਆਓ ਪ੍ਰਸੰਗ ਦੀ ਸ਼ੁਰੂਆਤ ਕਰਾਂ। ਹਰ ਕੌਮ ਦੀਆਂ ਕੁਝ ਲੋੜਾਂ ਹੁੰਦੀਆਂ ਨੇ, ਜੇ ਉਹ ਲੋੜਾਂ ਪੂਰੀਆਂ ਹੋਈਆਂ ਤੇ ਕੌਮ ਦਾ ਵਜੂਦ ਬਣਿਆ ਰਿਹਾ। ਤਵੱਜੋ ਦਿਓ, ਕਿਹੜੀਆਂ ਨੇ? ਅਹਿਲੇ ਕਲਾਮ, ਅਹਿਲੇ ਮੁਕਾਮ, ਅਹਿਲੇ ਨਿਜ਼ਾਮ, ਅਹਿਲੇ ਸ਼ਹਾਦਤ ਤੇ ਅਹਿਲੇ ਸ਼ਸਤਰ। ਇਹ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਇਹ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ। 10ਵੇਂ ਜਾਮੇ ਵਿੱਚ ਸਾਨੂੰ ਫਤਿਹ ਦਿੱਤੀ ਹੈ, ਬਖਸ਼ੀ ਫਤਿਹ ਅਕਾਲ ਦੀ ਹੈ, ਤੁਰ ਦਰਗਾਈ ਬਾਜਾਂ ਵਾਲੇ ਪੰਥ ਦੀ ਆ ਝੋਲੀ ਪਾਈ। ਹਰ ਮੈਦਾਨੇ ਫਤਿਹ ਨੂੰ ਜੋ ਪਾਉਣਾ ਚਾਹੁੰਦੇ, ਉਹੀ ਗੁਰਸਿੱਖ ਗੱਜ ਕੇ ਨੇ ਫਤਿਹ ਬੁਲਾਉਂਦੇ। ਪਿਆਰ ਦੇ ਘਰ ਵਿੱਚ ਆਓ, ਗੱਜ ਕੇ ਜਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ 30 ਮਈ ਤੇ 1606 ਨੂੰ। ਇਸ ਸ਼ਹਾਦਤ ਦਾ ਪ੍ਰਤੀਕਰਮ ਕੀ ਹੈ? 11 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੀ। ਅੱਜ ਗੁਰਤਾ ਗੱਦੀ ਦੀ ਮਰਿਆਦਾ ਹੋਣ ਲੱਗੀ ਹੈ। ਇਹ ਜ਼ਿੰਮੇਵਾਰੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਨਿਭਾ ਰਹੇ ਨੇ, ਆ ਕਵਿਤਾ ਹੀ ਆਪਣਾ ਲੈਕਚਰ ਕਹਿ ਗਈ। ਇੱਕ ਇੱਕ ਸ਼ਬਦ ਸੁਣਨ ਵਾਲਾ ਹੈ। ਮੈਂ ਛੋਟੀ ਉਮਰ ਤੋਂ ਹੀ ਲਿਖਦਾ ਹਾਂ, ਮੈਨੂੰ ਮਹਾਰਾਜ ਨੇ ਕਲਮ ਦਿੱਤੀ ਹੈ। ਆਪਣੀ ਕਲਮ ਤੋਂ ਲਿਖੀ ਹੋਈ ਇੱਕ ਕਵਿਤਾ, ਇੱਕ ਰਚਨਾ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਨ ਲੱਗਾ ਹਾਂ। ਸੁਣਿਓ ਪਿਆਰ ਨਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਵਿੱਚੋਂ ਸ਼ਸਤਰ ਨਿਕਲੇ ਹੈ, ਪੀਰੀ ਤੇ ਮੀਰੀ ਦੇ ਰੂਪ ਵਿੱਚੋਂ, ਦੋ ਤੇਗਾਂ ਦੇ ਰੂਪ ਵਿੱਚ ਹੈ। ਕਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਨ ਉੱਤੇ ਸਤਿਗੁਰੂ ਮਹਾਰਾਜ ਜੀ ਦੇ ਕੇਸਰੀ ਬਾਣਾ ਆਪਣੇ ਹੱਥੀ ਪਹਿਨਾ ਰਹੇ ਨੇ, ਕਿਵੇਂ ਸੀਸ ਉੱਤੇ ਦੋਹਰੀ ਦਸਤਾਰ ਤੇ ਉੱਤੇ ਮੱਥੇ ਤੇ ਹੀਰਿਆ ਜੜੀ ਕਲਗੀ ਲਾ ਰਹੇ ਨੇ। ਇਹ ਸਾਰੀ ਮਰਜ਼ਾਦਾ ਉਹ ਬਾਬਾ ਜੀ ਨੇ ਗੁਰਬਾਣੀ ਤੇ ਕੁਰਬਾਨੀ ਯੁੱਗ ਵੇਖਿਆ ਹੈ, ਜਿਹਨੇ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, ਜਿਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਉਹ ਬਾਬਾ ਇਹ ਜ਼ਿੰਮੇਵਾਰੀਆਂ ਕਿਵੇਂ ਨਿਭਾ ਰਿਹਾ ਹੈ, ਆਓ ਬੇਨਤੀ ਕੀਤੀ ਜਾਵੇ।
मन हुक्म गुरु दा समा वेख के, मन हुक्म गुरु दा समा वेख के। बाबा बुढ़ा लगे फर्ज निभाण, बाबा बुढ़ा लगे फर्ज निभाण। किता बचन सी जेड़ा गुरु पंज में, किता बचन सी जेड़ा गुरु पंज में। ਉਹਨਾਂ ਬਚਨਾਂ ਨੂੰ ਲੱਗੇ ਨੇ ਭਗਾਉਣ, ਉਹਨਾਂ ਬਚਨਾਂ ਨੂੰ ਲੱਗੇ ਨੇ ਭਗਾਉਣ, ਉਹਨਾਂ ਬਚਨਾਂ ਨੂੰ ਲੱਗੇ ਨੇ ਭਗਾਉਣ। ਸੀਸ ਉੱਤੇ ਦਸਤਾਰ ਛੇਵੇਂ ਗੁਰਾਂ ਦੇ, ਸੀਸ ਉੱਤੇ ਦਸਤਾਰ ਛੇਵੇਂ ਗੁਰਾਂ ਦੇ। ਬੰਨ ਹੱਥੀ ਲੱਗੇ ਕਲਗੀ ਸਜਾਉਣ, ਬੰਨ ਹੱਥੀ ਲੱਗੇ ਕਲਗੀ ਸਜਾਉਣ। ਖਿੱਚ ਨਕਸ਼ਾ ਅਨੋਖਾ ਮੇਰੀ ਪੀਰੀ ਦਾ, ਖਿੱਚ ਨਕਸ਼ਾ ਅਨੋਖਾ ਮੇਰੀ ਪੀਰੀ ਦਾ। ਆ ਸੱਜੇ ਖੱਬੇ ਲੱਗੇ ਤੇ ਗਾ ਪਹਿਨਾਉਣ, ਹੋ ਸੱਜੇ ਖੱਬੇ ਲੱਗੇ ਤੇ ਗਾ ਪਹਿਨਾਉਣ, ਸੱਜੇ ਖੱਬੇ ਲੱਗੇ ਤੇ ਗਾ ਪਹਿਨਾਉਣ। ਗੁਰੂ ਸੰਤ ਸਿਪਾਹੀ ਹੋਇਆ ਅੱਜ ਤੋਂ, ਗੁਰੂ ਸੰਤ ਸਿਪਾਹੀ ਹੋਇਆ ਅੱਜ ਤੋਂ, ਗੁਰੂ ਸੰਤ ਸਿਪਾਹੀ ਹੋਇਆ ਅੱਜ ਤੋਂ। ਏਦਾਂ ਸੰਗਤਾਂ ਨੂੰ ਲੱਗੇ ਸਮਝਾਉਣ, ਏਦਾਂ ਸੰਗਤਾਂ ਨੂੰ ਲੱਗੇ ਸਮਝਾਉਣ। ਸੁਣ ਵੇਖ ਕੇ ਮਸੰਦ ਬੜਾ ਘਬਰੇ, ਸੁਣ ਵੇਖ ਕੇ ਮਸੰਦ ਬੜਾ ਘਬਰੇ। ਓ ਜਾਣ ਬੁੱਝ ਲੱਗੇ ਸ਼ੋਰ ਮਚਾਉਣ, ਹੋ ਜਾਣ ਬੁੱਝ ਲੱਗੇ ਸ਼ੋਰ ਮਚਾਉਣ, ਜਾਣ ਬੁੱਝ ਲੱਗੇ ਸ਼ੋਰ। ਕਹਿੰਦੇ ਲੋੜ ਕੀਏ ਸੰਤ ਨੂੰ ਸਿਪਾਹੀ ਦੀ, ਕਹਿੰਦੇ ਲੋੜ ਕੀਏ ਸੰਤ ਨੂੰ ਸਿਪਾਹੀ ਦੀ। ਗੱਦੀ ਦੇਖੇ ਕਾਤੋਂ ਲੱਗੇ ਬਦਲਾਉਣ, ਗੱਦੀ ਦੇਖੇ ਕਾਤੋਂ ਲੱਗੇ ਬਦਲਾਉਣ। ਸਿੱਖ ਸੋਚਦੇ ਅਨੋਖੀ ਰੀਤ ਸਗਰਾ, ਤੇ ਬਾਬਾ ਬੁੱਢਾ ਲੱਗੇ ਸ਼ੰਕੇ ਮਿਟਾਉਣ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਤੇ ਕਾਇਮ ਰੱਖਦੇ ਨੇ ਦਾਨ ਧਨੀਆਂ ਦੇ। ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ, ਤੇ ਕਿਸੇ ਫਲਸਫੇ ਦੱਸੇ ਰੋਹਾਨੀਆਂ ਦੇ। ਭਾਵੇਂ ਸਾਰੀਆਂ ਗੱਲਾਂ ਚੰਗੀਆਂ ਨੇ, ਤੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ। ਐ ਪਰ ਤਤ ਸਿਆਣਿਆਂ ਕੱਢ ਕਿਹਾ, ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਤੇ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਸਿੱਖ ਸੋਚਦੇ ਅਨੋਖੀ ਰੀਤ ਸਕਰਾ,
ਸਿੱਖ ਸੋਚਦੇ ਅਨੋਖੀ ਰੀਤ ਸਕਰਾ ਬਾਬਾ ਬੁੱਢਾ ਲੱਗੇ ਛੰਕੇ ਮਟਾਉਣ ਬਾਬਾ ਬੁੱਢਾ ਲੱਗੇ ਛੰਕੇ ਮਟਾਉਣ ਬਾਬਾ ਬੁੱਢਾ ਲੱਗੇ ਛੰਕੇ ਮਟਾਉਣ ਬਾਬਾ ਬੁੱਢਾ ਲੱਗੇ ਛੰਕੇ ਮਿਟਾਉਣ ਆਓ ਗੁਰੂ ਚਰਨਾਂ ਤੋਂ ਬਖਸ਼ਿਸ਼ ਲਈਏ ਇੱਕ ਵਾਰੀ ਸਾਰੇ ਮਿਲ ਕੇ ਆਖੀਏ ਸਤਨਾਮ ਸ਼੍ਰੀ ਸ੍ਰੀ ਵਾਹਿਗੁਰੂ। ਵਾਹਿਗੁਰੂ ਅੱਧੇ ਮਿੰਟ ਲਈ ਵਿਸ਼ਰਾਮ ਦੇ ਕੇ ਮੈਂ ਚੱਲ ਰਹੇ ਪ੍ਰਸੰਗ ਨੂੰ ਤੇ ਮੈਂ ਜੀ ਆਇਆਂ ਕਹਿਣਾ ਬਹੁਤ ਹੀ ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਪਹੁੰਚੇ ਨੇ ਕਿਉਂਕਿ ਮਹਾਂਪੁਰਖਾਂ ਨਾਲ ਮੁਹੱਬਤ ਦੀ ਖੇਡ ਹੈ, ਪਿਆਰ ਦੀ ਖੇਡ ਹੈ। ਸੰਤਾਂ ਮਹਾਂਪੁਰਖਾਂ ਦੇ ਸਮਾਗਮਾਂ ਵਿੱਚ ਸੰਤ ਜਨ ਨਹੀਂ ਆਇਆ ਕਰਦੇ ਨੇ, ਬੜੇ ਪਿਆਰ ਵਾਲੇ ਨੇ। ਉਹਨਾਂ ਦੇ ਸਮੁੱਚੇ ਜਥੇ ਨੂੰ ਤੇ ਉਹਨਾਂ ਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਵੱਲੋਂ ਸੰਪਰਦਾਏ ਦਲਪੰਥ ਬਹਾਦਰੇ ਬਾਬਾ ਬਿਧੀ ਚੰਦ ਦੇ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਕਹਿੰਦਾ ਹਾਂ। ਇੱਕ ਜਕਾਰੇ ਦੇ ਰੂਪ ਵਿੱਚ ਉਹਨਾਂ ਦਾ ਸਤਿਕਾਰ ਕਰਨਾ ਚਾਹੁੰਦਾ ਹਾਂ। ਗੁਰੂ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਗੁਰਬਾਣੀ ਯੁੱਗ ਤੇ ਕੁਰਬਾਨੀ ਯੁੱਗ ਵੇਖਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਹ ਮਰਿਆਦਾ ਗੁਰੂ ਅੰਗਦ ਦੇ ਮਹਾਰਾਜ ਦੇ ਸਮੇਂ ਤੋਂ ਨਿਭਾ ਰਹੇ ਨੇ। ਘਟਾ ਦਿਓ ਇੱਕੋ ਰਿਪੀਟ ਸੁਣਿਓ। ਜਿੱਦਣ ਥਾਪਿਆ ਲੈਣਾ ਜੀਵ ਦੇ ਗੁਰ ਆਈ ਸਿਰ ਛਤਰ ਫਰਾਇਆ ਜੋਤੀ ਜੋਤ ਮਲਾਇਕ ਸਤਿਗੁਰ ਨਾਨਕ ਰੂਪ ਵਟਾਇਆ। ਇੱਥੇ ਬੇਨਤੀ ਕਰਦੇ ਆ ਇਹ ਕਲਯੁਗ ਵਿੱਚ ਹੀ ਕਲਾ ਵਰਤੀ, ਪਹਿਲਾਂ ਨਹੀਂ। ਦੁਨੀਆ ਤੇ ਕੋਈ ਐਸਾ ਪੈਗੰਬਰ ਨਹੀਂ ਹੋਇਆ, ਕੋਈ ਅਵਤਾਰ ਐਸਾ ਨਹੀਂ ਹੋਇਆ ਜਿਹਨੇ ਆਪਣੀ ਜਗ੍ਹਾ ਤੇ ਕਿਸੇ ਨੂੰ ਬਿਠਾਇਆ ਹੋਵੇ, ਆਪਣੇ ਚੇਲੇ ਨੂੰ। ਇੱਥੇ ਹੀ ਇਹ ਕਹਾਣੀ ਵਰਤੀ ਹੈ। ਸਤਜੁਗ ਤੇ ਮਾਣਿਓ ਛਲਿਓ ਬਲ ਭਾਵਨ ਪਾਇਓ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਬੈ ਭਗਤੈ ਜਨ ਦਿਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਅਬ ਚਲ ਕਿਹੜਾ ਹੈ ਇਹ ਥਾਪਿਆ ਲੈਣਾ ਜੀਵਨ ਦੇ ਨਾ ਜੋ ਤੋਹਾ ਜੁਗਤ ਸਾਏ ਸੇ ਕਾਇਆ ਫੇਰ ਪਲਟੀਏ। ਗੁਰੂ ਜੋਤ ਹੈ, ਕਲਾ ਵਰਤਾਈ ਗੁਰੂ ਨਾਨਕ ਦੇ ਮਹਾਰਾਜ ਨੇ। ਤੇ ਜਿੱਦਣ ਗੁਰਤਾ ਗੱਦੀ ਦੀ ਮਰਜ਼ਾਦਾ ਹੁੰਦੀ ਹੈ ਭਾਈ ਲਹਿਣਾ ਜੀ ਦੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਹ ਸੇਵਾ ਨਿਭਾ ਰਹੇ। ਗੁਰਿਆਈ ਦਾ ਤਿਲਕ ਉਹਨਾਂ ਨੇ ਆਪਣੇ ਹੱਥੀਂ ਦਿੱਤਾ ਨਾ। ਗੁਰੂ ਅੰਗਦ ਦੇ ਮਹਾਰਾਜ ਤੋਂ ਗੁਰੂ ਅਮਰਦਾਸ, ਫਿਰ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ, ਅੱਜ ਸਮਾਂ 6ਵੇਂ ਪਾਤਸ਼ਾਹ ਦਾ। ਕਈ ਇਤਿਹਾਸਕਾਰ ਇਹ ਗੱਲ ਕਹਿੰਦੇ ਵੀ ਜਦੋਂ ਸਤਿਗੁਰੂ ਮਹਾਰਾਜ ਸ਼ਹਾਦਤ ਵੱਲ ਨੂੰ ਗਏ ਜ਼ਿੰਮੇਵਾਰੀਆਂ ਤੇ ਪਹਿਲਾਂ ਹੀ ਦੇ ਗਏ। ਜਿਵੇਂ ਗੁਰੂ ਨਾਨਕ ਦੇ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਅੰਗ ਨਾਲ ਲਾ ਕੇ ਅੰਗਦ ਕੀਤਾ, ਤਖਤ ਤੇ ਬਿਠਾਇਆ, ਪਰਿਕਰਮਾ ਕੀਤੀ, ਮੱਥਾ ਟੇਕਿਆ। ਪਹਿਲਾ ਮੱਥਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਦੂਸਰਾ ਮੱਥਾ ਟੇਕਿਆ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਇੱਕ ਵਾਰੀ ਸੰਗਤ, ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅੰਗਦ ਦੇ ਮਹਾਰਾਜ ਨੇ ਉਹ ਬਾਬਾ ਜਿਸ ਬਾਬੇ ਨੂੰ ਕਹਿੰਦੇ ਸੀ ਕਹਿੰਦੇ ਨਗੁਰਾ ਹੀ ਤੁਰਿਆ ਫਿਰਦਾ ਕੁੜਮਾਂ ਦੇ ਬੂਹੇ ਤੇ ਆ ਕੇ ਪਾਣੀ ਢੋਂਦਾ, ਇਹਨੂੰ ਥਾਂ ਕੋਈ ਨਹੀਂ। ਤੇ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੇ ਪਹਿਲਾ ਸਰੋਪਾ 1 ਸਾਲ ਦੀ ਸੇਵਾ ਤੋਂ ਬਾਅਦ ਬਖਸ਼ਿਆ ਤੇ ਕਿਹਾ ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ। ਦੂਸਰਾ ਬਖਸ਼ਿਆ ਤੁਸੀਂ ਨਿਤਾਣਿਆਂ ਦੇ ਤਾਣ। ਤੀਸਰੇ ਸਾਲ ਕਿਹਾ ਤੁਸੀਂ ਨਿਉਟਿਆਂ ਦੀ ਓਟ। 12ਵੇਂ ਸਰੋਪੇ ਵੇਲੇ ਫਿਰ ਉਹ ਗੁਰਤਾ ਗੱਦੀ ਗੁਰੂ ਨਾਨਕ ਪਾਤਸ਼ਾਹ ਵਾਲੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੇ ਦਿੱਤੀ। ਖਿਆਲ ਕਰਿਓ ਇਹ ਇਤਿਹਾਸ ਤੁਰਿਆ ਆ ਰਿਹਾ ਕਿ ਜੇ ਭਾਈ ਲਹਿਣਾ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਗੁਰਤਾ ਗੱਦੀ ਦੇ ਗਏ, ਗੁਰੂ ਹੋਏ ਨੇ, ਉਨੀ ਦੇਰ ਤੱਕ ਗੱਦੀ ਤੇ ਨਹੀਂ ਬੈਠੇ ਜਿੰਨੀ ਦੇਰ ਤੱਕ ਗੁਰੂ ਨਾਨਕ ਪਾਤਸ਼ਾਹ ਸਰੀਰ ਵਿੱਚ ਸਨ। ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰਤਾ ਗੱਦੀ ਦੇਣ ਤੋਂ ਬਾਅਦ 6 ਮਹੀਨੇ ਤੱਕ ਗੁਰੂ ਨਾਨਕ ਪਾਤਸ਼ਾਹ ਸਰੀਰ ਵਿੱਚ ਰਹੇ ਨੇ, ਪਰ ਗੁਰੂ ਅੰਗਦ ਦੇ ਮਹਾਰਾਜ ਗੱਦੀ ਤੇ ਨਹੀਂ ਸੀ ਬੈਠੇ। ਆ ਗਏ ਖਡੂਰ ਸਾਹਿਬ ਤੇ ਬਾਬੇ ਬੁੱਢੇ ਨੂੰ ਕਿਹਾ ਸੀ ਤਾਂ ਇੱਥੋਂ ਓਲੇ ਕਦੇ ਨਾ ਹੋਸਾਂ ਜਦੋਂ ਦਰਸ਼ਨ ਸੰਗਤ ਤੂੰ ਨਾ ਹੋਏ। ਗੁਰੂ ਦੇ ਤੇ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਤੁਸੀਂ ਦਰਸ਼ਨ ਕਰਾਓ। ਖਡੂਰ ਸਾਹਿਬ ਦਾ ਜਿਹੜਾ ਇਤਿਹਾਸ ਹੈ ਇਹ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੇ ਉਹਨਾਂ ਬਚਨਾਂ ਤੇ ਹੈ ਜਿਹੜੇ ਬਚਨ ਗੁਰੂ ਨਾਨਕ ਨੇ ਕਹੇ ਸੀ ਵੀ ਮੈਂ ਤੇਰੇ ਤੋਂ ਓਲੇ ਕਦੇ ਨਹੀਂ। ਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ। ਭਾਵੇਂ ਗੁਰਤਾ ਗੱਦੀ ਦੇਤੀ ਸੀ, ਪਰ ਜਿੰਨੀ ਦੇਰ ਤੱਕ ਸਰੀਰ ਵਿੱਚ ਸੀ ਗੁਰੂ ਅੰਗਦ ਦੇ ਮਹਾਰਾਜ, ਉਨੀ ਦੇਰ ਤੱਕ ਗੁਰੂ ਅਮਰਦਾਸ ਮਹਾਰਾਜ ਗੱਦੀ ਤੇ ਨਹੀਂ ਬੈਠੇ। ਜਦੋਂ ਸਰੀਰ ਦਾ ਚੋਲਾ ਛੱਡਿਆ ਫਿਰ ਬੈਠੇ। ਐਵੇਂ ਹੀ ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੀ ਖਬਰ ਨਹੀਂ ਆਈ, ਉਨੀ ਦੇਰ ਤੱਕ ਗੁਰਤਾ ਗੱਦੀ ਤੇ ਨਹੀਂ ਬੈਠੇ। ਭਾਵੇਂ ਜ਼ਿੰਮੇਵਾਰੀਆਂ ਸਮਝਾ ਕੇ ਗਏ ਜਾਂ ਦੇ ਕੇ ਗਏ, ਪਰ ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜੋ ਕਹਿ ਕੇ ਗਏ ਸੀ
उस कहे दे मुताबिक बाबा जी ये गुरता गद्दी की मर्यादा निभा रहे हैं। कहते जदों सज्जे पासे तेग पाई ना पहला ते मसंद बैठे सी उन्हां ते पहला ही रौला पाया भी महाराज ने जिहड़ी पहली समगरी आउंदी सी ना गुरता गद्दी वेले वो तोशे काने च सब कुछ रखवा दिता, सब कुछ कहते हुण समा नहीं, हुण संत सिपाही बनेगा, पीरी चो मीरी निकलेगी, भगती चो शक्ति का जन्म होवेगा, तलवार ते तस्बीह एक जगह होणगियां, धर्म ते राजनीति का समेल होवेगा, समय की लोड़ है। कहते कोई एक शुकरात नहीं, गुरु अर्जन साहब महाराज ने कहा सी ओ वक्त दे बादशाह जहांगीर सुन, एक शुकरात नहीं जेड़ा अपनी आवाज लैके तुरया ते शहीद होया ते ओदियां पैड़ां ते कोई नहीं चल सकिया। ये दुनिया दा पहला शहीद सी शुकरात जेड़ा जुनान विच पैदा होया, जहर दा प्याला पी के जान दित्ती सी। लम्मी कहानी है। दुनिया दा दूजा शहीद यरूशलेम विच पैदा होया, 6 अरब दे करीब सारी दुनिया है, विचों 2.5 अरब जेड़े ने उस धर्म नूं अपना रहे ने जिहदा बानी हजरत ईसा है। ख्याल करो 2.5 अरब तो भी वध गिणती हो गई उन्हां दी। उन्होंने प्रचार इस ढंग नाल कीता। दुनिया का दूजा शहीद है, अपनी गल लैके तुरया, चढ़ सलीब गया, सूली ते नहीं, ईसा सलीब ते चाढ़िया गया। एक क्रॉस साइन इस गल का चिन्ह दुनिया के सामने है, इस गल का प्रतीक है कि जिवें उन्होंने सलीब ते चाड़ के शहीद किया सी, उवें ही उन्होंने वो साइन जिहड़ा अपने गल विच भी पाया। किते भी अदारा वेखो क्रॉस साइन एक होवेगा क्रिश्चनां दा, सिंबल धर्म नाल जुड़ी हुई गल है उन्हां दी। दुनिया का दूजा शहीद तीजा इमाम हुसैन मुहम्मद साहब का दोतरा करबला के मैदान में 3 दिन ध्याया लड़दा रहा। अज भी जदों दिन आउंदा है ते मुसलमान रोंदे ने। ख्याल करो कई कई दिन मुंह में अंजल नहीं पाउंदे। मुहम्मद साहब के दोतरे की शहादत इस्लाम वास्ते एक अहम है। यह तीजा शहीद दुनिया का मन्निया गया। चौथा शहीद ईरान में पैदा होया ते बगदाद में जिथे खिलाफत का तख्त रहा 88 साल, खलीफे का हुक्म होया ते ख्याल करियो ओदे हुक्म दे नाल इहनूं सूली ते चाड़ के शहीद किया। सूली ते चढ़न वाला ईसा नहीं, सूली ते चढ़न वाला मंसूर है, जिहड़ा ईरान विच पैदा होया ते बगदाद विच सूली ते चाड़ के शहीद कर दिता गया। ते महाराज ने भारत विच पहले ने ना गुरु अर्जन देव महाराज शहीद ने ते सरताजे शहीदां इस करके है, उन्हां दी शहीदी तो बाद कोई नहीं तुर सकिया उस राह ते महाराज ने क्या एक शुकरात नहीं, ओए जहांगीर सुन, इथे एक ईसा नहीं, एक मंसूर नहीं, इथे एक इमाम हुसैन नहीं, मैं शहीदां दे गंज खड़े करके रख दे। साईं मियां मीर वर्गिया ने भी कहा सी इस संत दे नाल ना लई टक्कर फौजां हुंदियां होवेगी हार तेरी, एदे सबर दी अग जे पर कुठी पंगर जाएगी खूनी, तलवार तेरी, इस सदा को दबाना तो मुमकिन है मगर बदलते वक्त की रफ्तार को कौन रोकेगा। फैशीले आतिश आहन बहुत बुलंद सही, और ख्यात की ललकार को कौन रोकेगा। इस ख्यालों की परवाज को रोकने वालों हर गोबिंद की तलवार को कौन रोकेगा। वो समा आ गया जी, सज्जे पासे तलवार पाई तेग ते रौला पै गया। कहते अज तक दुनिया का कोई तेग धारी ऐसा नहीं वेख्या बई जिहदे सज्जे पासे पाई वेखी होवे। जे कहते पाउणी सी खब्बे पाउंदे वेखण नूं ते चंगी लगदी। ते ब्रह्म ज्ञानी बाबा बुढ़ा साहब जी दिलां दियां जाणदे सी। कहते सिखो मन दा फुरना बनिया है, तुसी भी सच्चे हो भी मैं सज्जे पाई भुलेखे नाल नहीं पाई, ये गुरु दा हुक्म सी। ये 5 जामियां तक भगती पक्की हुई है, समाधि च फर्क कोई नहीं सी। जिद्दां दी हरमंदर साहब गुरता गद्दी ते ओदां दी तपदी तवी ते गुरु अर्जन साहब महाराज जी दी समाधि आ। ये पीरी तपदियां तवियां ते बह के पक्की हुई है। ये पीरी दी पाई है, अज तक नहीं किसी ने पाई। पीरी तो सखणी मीरी, सुनियो, पीरी तो सखणी मीरी, भगती तो सखणी शक्ति तलवार लोकां ते जुल्म करदी आई। उस जुल्म नूं ठल्लण वास्ते ये पीरी पक्की हुई है। मीरी दी भी पावांगे, पहला पीरी दी पाई देखो, ये भगती दी है, नहीं किसे ने पाई। गुरु नानक दे घर दे विच पीरी पक्की हुई है। ते कहंदे जदों दूजी पा दित्ती ना खब्बे पासे मीरी दी, ते कई कहंदे बाबे नूं भुलेखा लग गया होना, कहंदे भी सज्जे पासे वाली हुण लाउणी काहतों आ, जिहड़ी पै गई एक होर पा दने। इदां दी कहानी नहीं कोई। जिन्हों ब्रह्म ज्ञानी कहता, मैं पहला बेनती की गुरबाणी युग भी ते कुरबानी युग दोवें वेखे। बाबा बुढ़ा साहब जी ने दोवें वेखे ने, गुरबाणी युग भी वेख्या
ਤੇ ਕੁਰਬਾਨੀ ਯੁੱਗ ਵੀ ਵੇਖਿਆ। ਤੇ ਜਿਹਨੂੰ ਬ੍ਰਹਮ ਗਿਆਨੀ ਕਹਿ ਦਈਏ ਉਹਨੂੰ ਭੁਲੇਖਾ ਲੱਗ ਸਕਦਾ ਕੋਈ ਭਲਾ। ਮਸੰਦਾ ਰੌਲਾ ਪਾਇਆ, ਕਹਿੰਦੇ ਭੁਲੇਖੇ ਨਾਲ ਪਾ ਦਿੱਤੀ ਸੀ ਸੱਜੇ, ਸੋਚਿਆ ਵੀ ਲਾਉਣੀ ਕਾਤੋਂ ਇੱਕ ਹੋਰ ਪਾ ਦੇਣੇ ਬਾਬੇ ਵਾਲੇ, ਸ਼ੰਕਾ ਕੀਤਾ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭੁਲੇਖੇ ਨਾਲ ਕੋਈ ਨਹੀਂ ਪਾਈ, ਇਹ ਮੀਰੀ ਦੀ ਹੈ। ਅਜੇ ਦੋ ਮਿਆਨਾਂ ਚ ਦੋ ਵੱਖਰੀਆਂ ਵੇਖਦੇ ਹੋ, ਕਦੇ ਸਮਾਂ ਆਉਣਾ ਇੱਕੋ ਮਿਆਨ ਚ ਦੋਵੇਂ ਪੈ ਜਾਣਗੇ। ਕਹਿੰਦੇ ਬਾਬੇ ਦੀ ਮੱਤ ਨੂੰ ਕੀ ਹੋ ਗਿਆ? ਸੁਣਦੇ ਤੇ ਆਏ ਆ, ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਪਰ ਬਾਬਾ ਕਹਿੰਦਾ ਇੱਕੋ ਮਿਆਨ ਚ ਦੋਵੇਂ ਪੈ ਜਾਣਗੀਆਂ, ਇਹ ਨਹੀਂ ਹੋ ਸਕਦਾ। ਤੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦਾ ਸਦਕਾ ਆ ਸੁਣਿਓ ਧਿਆਨ ਨਾਲ, ਮੈਂ ਜੀ ਆਇਆ ਕਹਿੰਦਾ ਹਾਂ, ਧੰਨਵਾਦ ਕਰਦਾ ਹਾਂ। ਬੜੀਆਂ ਸੰਗਤਾਂ ਆ ਰਹੀਆਂ ਹੈ, ਇਹ ਪ੍ਰੇਮ ਦੀ ਖੇਡ ਹੈ, ਇਹ ਬਖਸ਼ਿਸ਼ਾਂ ਤੇ ਰਹਿਮਤਾਂ ਭਰਿਆ ਅਸਥਾਨ ਜਿੱਥੇ ਤੁਸੀਂ ਹਾਜ਼ਰੀਆਂ ਭਰ ਰਹੇ ਹੋ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਤੁਸੀਂ ਸੋਹਣੇ ਬਣ ਕੇ ਸੰਗਤ ਕਰ ਰਹੇ ਹੋ। ਬੇਨਤੀ ਕਰਦੇ ਆ, ਇਹ ਸੁਨੇਹਾ ਹੈ ਬਾਬਾ ਗੁਰਬਚਨ ਸਿੰਘ ਜੀ ਹੋਣਾ ਦਾ, ਜਿੱਥੋਂ ਤੱਕ ਆਵਾਜ਼ ਸੁਣਦੀ ਹੈ ਬਈ ਜਿਹੜੇ ਸੇਵਾ ਕਰਦੇ ਸੇਵਾਦਾਰ ਉਹ ਤੇ ਸੇਵਾ ਕਰਨ, ਜਿਨ੍ਹਾਂ ਲੰਗਰ ਛਕਣੇ ਛਾਕੇ ਤੇ ਹਾਜ਼ਰੀ ਲੰਗਰ ਵਿੱਚ ਤੇ ਲਾ ਲੈਨੇ ਅਸੀਂ, ਪੰਗਤ ਵਿੱਚ ਤੇ ਹਾਜ਼ਰੀ ਹੁੰਦੀ, ਸੰਗਤ ਵਿੱਚ ਨਹੀਂ ਹੁੰਦੀ। ਆਓ ਸੰਗਤ ਵਿੱਚ ਵੀ ਆਉਣਾ ਹੈ। ਤੇ ਸਾਰਿਆਂ ਨੂੰ ਬੇਨਤੀ ਹੈ ਵੀ ਇੱਧਰ ਉੱਧਰ ਨਹੀਂ ਫਿਰਨਾ, ਇਸ ਦੀਵਾਨ ਹਾਲ ਇਹਨੂੰ ਸੋਹਣਾ ਬਣਾਉਣਾ ਆਪਾਂ ਸਾਰਿਆਂ ਨੇ ਰਲ ਕੇ, ਕਿਉਂਕਿ ਸਤਿਗੁਰੂ ਮਹਾਰਾਜ ਦੀਆਂ ਨਜ਼ਰਾਂ 'ਚ ਉਹੀ ਸੋਹਣੇ ਨੇ ਜਿਹੜੇ ਸੰਗਤ ਕਰਦੇ। ਰਹੋ ਵਿਚਾਰ। ਮੈਂ ਜ਼ਿਕਰ ਕਰ ਰਿਹਾ ਸੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਕੋ ਮਿਆਨ 'ਚ ਦੋਵੇਂ ਪੈ ਜਾਣਗੀਆਂ, ਇਹ ਨਹੀਂ ਹੋ ਸਕਦਾ। ਰੌਲਾ ਪੈ ਗਿਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਰੌਲੇ ਨੂੰ ਸ਼ਾਂਤ ਕੀਤਾ। ਉਹ ਕਹਿੰਦੇ ਸਿੱਖੋ, ਇਹ ਦੁਨੀਆ ਦੀ ਗੱਲ ਹੈ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਪਰ ਤੁਹਾਡਾ ਗੁਰੂ ਚਾਹੇ ਤੇ ਸਭ ਕੁਝ ਹੀ ਹੋ ਸਕਦਾ। ਗੁਰ ਪਰਮੇਸ਼ਰ ਇੱਕੋ ਜਾਣ, ਕਹਿੰਦੇ ਗੁਰੂ ਤੇ ਪਰਮੇਸ਼ਰ 'ਚ ਫਰਕ ਕੋਈ ਨਹੀਂ ਹੈ, ਇੱਕੋ ਹੀ ਹੈ। ਗੁਰੂ ਤੇ ਪਰਮੇਸ਼ਰ ਇੱਕ ਰੂਪ ਨੇ, ਉਹ ਇੱਕ ਤੁਹਾਡਾ ਗੁਰੂ ਜੋ ਚਾਹੇ ਹੋ ਸਕਦਾ ਹੈ। ਭਰੋਸਾ ਰੱਖੋ, ਜਿਹੜੇ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਸੁਣਿਓ, ਕਹਿੰਦੇ ਇੱਕ ਮਿਆਨ 'ਚ ਦੋ ਤਲਵਾਰਾਂ ਪੈਣਗੀਆਂ, ਪਰ 10ਵੇਂ ਜਾਮੇ 'ਚ ਪੈਣਗੀਆਂ। ਪੀਰੀ ਤੇ ਮੀਰੀ ਤੇਗਾਂ ਦੀਆਂ ਪਿੱਠਾਂ ਜੋੜ ਕੇ ਕਲਗੀਧਰ ਪਾਤਸ਼ਾਹ ਨੇ ਇੱਕ ਸ਼ਸਤਰ ਤਿਆਰ ਕੀਤਾ, ਜਿਹਨੂੰ ਦੋ ਧਾਰਾ ਖੰਡਾ ਕਿਹਾ ਗਿਆ। ਪਤਾ ਹੈ ਨਾ, ਆਪਾਂ ਦਰਸ਼ਨ ਕਰਦੇ ਆ ਇੱਥੇ, ਇਹ ਕਲਗੀਧਰ ਪਾਤਸ਼ਾਹ ਦੀ ਦੇਣ ਹੈ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਦੁਨੀਆ ਕਹਿੰਦੀ ਸੀ ਨਹੀਂ ਪੈਂਦੀਆਂ, ਪਰ ਪਾ ਦਿੱਤੀਆਂ ਗੁਰੂ ਸਾਹਿਬਾਨ ਨੇ। ਇਹਨਾਂ ਤਲਵਾਰਾਂ ਵੱਲ ਵੇਖ ਕੇ ਨੱਥਾ ਤੇ ਅਬਦੁਲ ਢਾਡੀ ਨੇ ਫਿਰ ਵਾਰ ਪੜਿਆ, ਕਹਿੰਦੇ ਸੱਚਾ ਤਖਤ ਸਹਾਇਓ ਸ਼੍ਰੀ ਗੁਰੂ, ਬਈ ਸਭ ਬਰਨੀ ਨਾ ਜਾਏ ਕਹੋ ਕਿਆ, ਰਵ ਸਸ ਭੈ ਮਲੀਨ ਸੋ ਦਰਸ਼, ਬਈ ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਮੀਰ ਨੱਥਾ ਤੇ ਅਬਦੁਲ ਜਸ ਕਹੇ। ਅਬਦੁੱਲੇ ਨੇ ਖਿੱਚਿਆ ਸਰੰਗੀ ਉੱਤੇ ਗਾਜ ਤੇ ਨੱਥੇ ਨੇ ਮਾਰਿਆ ਢੱਡ ਤੇ ਟਲਕਾਰਾ। ਬਈ ਛੇਵੇਂ ਪਾਤਸ਼ਾਹ ਦੀ ਸ਼ਾਨ ਵਿੱਚ ਇੱਕ ਢਾਡੀ ਵਾਰ ਪੜੀਏ, ਹੇ ਜੋਸ਼ ਵਿੱਚ ਨੱਥੇ ਅਬਦੁਲ ਢਾਡੀਆਂ ਹੋ ਮਾਰਨ ਬਾਰੀਆਂ ਤਾਰਨ ਤਾਰੀਆਂ, ਮੈਂ ਬਲਿਹਾਰੀਆਂ ਉਹ ਸਤਿਗੁਰ ਆਪਣੇ। ਆ ਕੇ ਜੋਸ਼ ਵਿੱਚ ਨੱਥੇ ਅਬਦੁਲ ਢਾਡੀਆਂ ਕੇ ਜੋਸ਼ ਵਿੱਚ ਨੱਥੇ ਅਬਦੁਲ ਢਾਡੀਆਂ, ਬੜੀ ਢੱਡ ਤੇ ਸਰੰਗੀ ਨਾਲ ਮਾਰ ਬੈਠੀ ਤੱਕੀ ਜਦੋਂ ਵਿੱਚ ਦਰਬਾਰ ਦੇ। ਬੈਠੀ ਤੱਕੀ ਜਦੋਂ ਵਿੱਚ ਦਰਬਾਰ ਦੇ, ਮੇਰੀ ਪੀਰੀ ਵਾਲੀ ਸੱਚੀ ਸਰਕਾਰ, ਜਿਹੜੇ ਵੇਖਿਆ
ਚਿਹਰੇ ਵੇਖਿਆ ਜਲਾਲ ਜਦੋਂ ਗੁਰਾਂ ਦੇ ਚੜੀ ਢਾਡੀਆਂ ਨੂੰ ਜੋਸ਼ ਦੀ ਖਮਾਰ ਤੇਗਾ ਤੱਕੀਆਂ ਤੋਂ ਗਲੇ ਵਿੱਚ ਪੈਣੀਆਂ ਤੇਗਾ ਤੱਕੀਆਂ ਤੋਂ ਗਲੇ ਵਿੱਚ ਪੈਣੀਆਂ ਦਿੱਤੇ ਬੋਲ ਮੇਰੀ ਪੀਰੀ ਦੇ ਉਜਾਰ ਗੁਰਾਂ ਰੱਖਿਆ ਜੋ ਤਖਤ ਕਾਲ ਦਾ ਉੱਥੇ ਸੰਗਤਾਂ ਨੇ ਉਸ ਦੇ ਦੀਦਾਰ ਦਿੱਲੀ ਝੂਠਾ ਬੈਠਾ ਜਹਾਂਗੀਰ ਬਾਦਸ਼ਾਹ ਹਾਂ ਬਾਦਸ਼ਾਹ ਸੱਚਾ ਅਮਰਤ ਸਰ ਕਰਤਾ ਦਿੱਲੀ ਝੂਠਾ ਬੈਠਾ ਜਹਾਂਗੀਰ ਬਾਦਸ਼ਾਹ ਦਿੱਲੀ ਝੂਠਾ ਬੈਠਾ ਜਹਾਂਗੀਰ ਬਾਦਸ਼ਾਹ ਉਹ ਸੱਚਾ ਅਮਰਤ ਸਰ ਕਰਤਾਰ ਜਿਹਨੇ ਸਿੱਖ ਟਕਰਾਉਣੇ ਨਾਲ ਜ਼ਾਲਮਾਂ ਸਿੱਖ ਟਕਰਾਉਣੇ ਨਾਲ ਜ਼ਾਲਮਾਂ ਉਹ ਦੇ ਕੇ ਹੱਥ ਵਿੱਚ ਢਾਲ ਤਲਵਾਰ ਸਿੱਖ ਸੰਗਤਾਂ ਨੇ ਸਾਗਰ ਤੇ ਢਾਡੀਆਂ ਸਿੱਖ ਸੰਗਤਾਂ ਨੇ ਸਾਗਰ ਤੇ ਢਾਡੀਆਂ ਉਹ ਜਨ ਬੂਟੇ ਜੱਗੇ ਕੀਤੇ ਦਦਾਰ ਯਾਦੋ ਰੱਬਾ ਜਗ ਰਹਿੰਦੀਆਂ ਹੋ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾਂ ਜੀ ਹਾਂ ਹਮਾਰਾ ਦੁਨੀਆ ਜਾ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਬਸੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ ਨਾਲ ਛਪਾਈ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਕੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਵਾਰ ਬਹੁਤ ਵਾਰੀ ਸੁਣੀ ਕਿਉਂਕਿ ਸ਼ੁਰੂਆਤ ਇੱਥੋਂ ਹੁੰਦੀ ਹੈ। ਨੱਥੇ ਤੇ ਅਬਦੁਲ ਢਾਡੀ ਨੇ ਛੇਵੇਂ ਪਾਤਸ਼ਾਹ ਦੀ ਸ਼ਾਨ ਨੂੰ ਬਿਆਨ ਕੀਤਾ ਹੈ, ਪਰ ਸ਼ਬਦਾਂ ਦੀ ਚੋਣ ਸ਼ਬਦ ਬੜੇ ਮਹਿੰਗੇ ਵਰਤੇ, ਲੌਜਿਕ ਸਿਧਾਂਤ ਬੜਾ ਗਹਿਰਾ ਹੈ। ਇਹ ਨਹੀਂ ਕਿਹਾ ਵੀ ਧਾਰਨ ਕੀਤੀਆਂ ਜਾਂ ਪਹਿਨੀਆਂ, ਬੱਧੀਆਂ ਦੇ ਅਰਥ ਕੀਤੇ ਕਿਸੇ ਵਿਦਵਾਨ ਨੇ। ਉਹ ਕਹਿੰਦਾ ਪੀਰੀ ਤੇ ਮੀਰੀ ਇੱਕ ਜਗ੍ਹਾ ਬੰਨ ਲਈਆਂ, ਪੀਰੀ ਹਰਮੰਦਰ ਸਾਹਿਬ ਤੇ ਮੀਰੀ ਅਕਾਲ ਤਖਤ ਸਾਹਿਬ। ਇਹ ਹੈ ਦੋ ਤਲਵਾਰੀ ਬੱਧੀਆਂ, ਭਾਵ ਪੀਰੀ ਤੇ ਮੀਰੀ ਨੂੰ ਇੱਕ ਜਗ੍ਹਾ ਬੰਨ ਲਿਆ ਤੇ ਦੁਨੀਆ ਦੀ ਕੋਈ ਤਾਕਤ ਇਹਨੂੰ ਵੱਖ ਨਹੀਂ ਜੇ ਕਰ ਸਕਦੀ। ਹੁਣ ਕੋਈ ਤਾਕਤ ਇਹਨੂੰ ਵੱਖ ਨਹੀਂ ਕਰ ਸਕਦੀ। ਹਰਮੰਦਰ ਸਾਹਿਬ ਆਪਾਂ ਜਾਣੇ ਆ, ਦੁਨੀਆ ਤੇ ਮੰਦਰ ਬਹੁਤ ਹੈ। ਜਿਸ ਦੇਵਤੇ ਦੇ ਨਾਂ ਤੇ ਮੰਦਰ ਬਣਿਆ ਨਾ ਉਹਦੀ ਅੰਦਰ ਮੂਰਤੀ ਵੀ ਹੈ। ਹਰਮੰਦਰ ਸਾਹਿਬ 'ਚ ਵੀ ਹੈਗੀ, ਗੁਰ ਮੂਰਤ ਗੁਰ ਸ਼ਬਦ ਹੈ। ਸ਼ਬਦ ਹੈ ਹਰਮੰਦਰ ਸਾਹਿਬ ਵਿੱਚ ਮੂਰਤ ਕਿਹੜੀ ਹੈ? ਉਹ ਧੁਰ ਦਰਗਾਹ ਤੋਂ ਆਇਆ ਸ਼ਬਦ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਬਾਣੀ ਜਿਹੜੀ ਧੁਰੋਂ ਆਈ ਹੈ। ਅਸੀਂ ਜਾਣੇ ਹਰਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ, ਤੁਧ ਜਹਿਆ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਖਿਆਲ ਕਰਿਓ, ਪਰ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਮਰਿਆਦਾ ਕੀ ਹੈ। ਬੇਨਤੀ ਕਰਾਂ, ਆਪਾਂ ਜਦੋਂ ਜਾਣੇ ਨਾ ਹਰਮੰਦਰ ਸਾਹਿਬ, ਪੀਰੀ ਦਾ ਪ੍ਰਕਾਸ਼ ਹੈ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੀਰੀ ਹੈ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ। ਭਾਦਰੋਂ ਸੁਦੀ 1 ਨੂੰ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ 'ਚ ਹੋਇਆ ਗੁਰੂ ਗ੍ਰੰਥ ਸਾਹਿਬ ਦਾ। ਇਸੇ ਮਹੀਨੇ ਸਭ ਤੋਂ ਪਹਿਲਾਂ ਮਹਾਰਾਜ ਦਾ ਸਰੂਪ ਦਾਸ ਦੇ ਨਗਰ ਪਹੁੰਚਾ ਡੱਲਾ ਸਾਹਿਬ, ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਨੰਦ ਕਾਰਜ ਮਾਤਾ ਦਮੋਦਰੀ ਨਾਲ ਹੋਏ। ਮੇਰਾ ਪਿੰਡ ਹੈ ਜਿੱਥੇ 8 ਪਾਤਸ਼ਾਹੀਆਂ ਚਰਨ ਪਾਏ, 72 ਗੁਰਸਿੱਖ ਬ੍ਰਹਮ ਗਿਆਨੀਆਂ ਦੀ ਨਗਰੀ। ਪਰਮਹੰਸ ਭਾਈ ਪਾਰੋ ਜੀ ਦੀ ਸੰਗਤ ਕੀਤੀ ਤੇ 4 ਮੰਜੀਦਾਰ ਇਸੇ ਪਿੰਡ ਦੇ ਡੱਲੇ ਦੇ ਗੁਰੂ ਅਮਰਦਾਸ ਵੇਲੇ। ਤੇ ਭਾਈ ਪਾਰੋ ਦਾ ਪੁੱਤਰਾ ਨਰੈਣ ਦਾਸ, ਜਿਹਦੀਆਂ 2 ਧੀਆਂ ਬੀਬੀ ਰਾਮੋ ਤੇ ਮਾਤਾ ਦਮੋਦਰੀ। ਤੇ ਭਾਈ ਪਾਰੋ ਜੀ ਦੇ ਪਰਿਵਾਰ ਵਿੱਚੋਂ ਹੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਪਿਆਰਾ ਦਇਆ ਸਿੰਘ ਸੀ। ਦਇਆ ਸਿੰਘ ਪਿਆਰੇ ਦਾ ਪਿਛੋਕੜ ਜਿਹੜਾ ਹੈ ਉਹ ਭਾਈ ਪਾਰੋ ਨਾਲ ਜੁੜਦਾ ਹੈ। ਮੈਂ ਧੰਨਵਾਦ ਕਰਦਾ ਹਾਂ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਸੰਗਤ ਦੀ ਚਰਨ ਧੂੜ ਮਸਤਕ ਨਾਲ ਲਾਉਣ ਵਾਸਤੇ ਇਹ ਸੇਵਾ ਬਖਸ਼ੀ ਹੈ। ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਉਹਨੂੰ ਮੁੱਖ ਰੱਖਦਿਆਂ ਹੋਇਆ ਮੈਂ ਇੱਕ ਰਚਨਾ ਕਹਿਣੀ, 3-4 ਮਿੰਟ ਹੋਰ ਲੱਗਣੇ ਨੇ। ਨੀਅਤ ਕੀਤੇ ਸਮੇਂ ਚੋਂ ਕੁਝ ਮਿੰਟ ਬਾਕੀ ਵੀ ਹੈ। ਗੱਲ ਸਿਧਾਂਤ ਦੀ ਕਰ ਰਿਹਾ ਸੀ,
ਜਾਣੇ ਹਰਮੰਦਰ ਸਾਹਿਬ ਪੀਰੀ ਦਾ ਪ੍ਰਕਾਸ਼ ਹੈ। ਇੱਕ ਤਖਤ ਉਹ ਹੈ ਜਿੱਥੋਂ ਕੀਰਤਨੀਏ ਵਡਿਆਏ ਗਏ। ਮੱਥਾ ਟੇਕਦੇ ਆ, ਪਰਿਕਰਮਾ ਕਰਦੇ, ਇੱਕੋ ਵੇਲੇ ਦੋ ਹੋ ਜਾਂਦੀਆਂ ਨੇ, ਇੱਕੋ ਵੇਲੇ ਦੋ ਪਰਿਕਰਮਾ ਹੋ ਜਾਂਦੀਆਂ। ਤੇ ਸਾਨੂੰ ਕੋਈ ਪੁੱਛੇ ਪਰਿਕਰਮਾ ਕਰਕੇ ਆਏ ਆ, ਇਹਦੇ ਅਰਥ ਕੀ ਨੇ? ਜਿੰਨਾ ਕੁ ਮੇਰੀ ਸਮਝ ਵਿੱਚ ਆਈ ਗੱਲ, ਪਰਿਕਰਮਾ ਦਾ ਅਰਥ ਹੈ ਪ੍ਰਾਣ ਲੈਣਾ। ਜਿਹਦੀ ਪਰਿਕਰਮਾ ਕੀਤੀ ਹੈ ਉਹਦੇ ਵਾਸਤੇ ਸਾਡਾ ਪ੍ਰਾਣ ਹੋ ਗਿਆ। ਬਈ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ। ਸਿੱਖਾਂ ਦੀ ਗੱਲ ਕਰ ਰਿਹਾ ਬਈ ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰ ਲਈ ਹੈ, ਉਹ ਤੋਂ ਬਿਨਾ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕੋਈ ਇਸ਼ਟ ਗੁਰੂ ਹੋ ਸਕਦਾ ਸਿੱਖ ਦਾ? ਨਹੀਂ ਹੋ ਸਕਦਾ ਨਾ। ਪਰਿਕਰਮਾ ਦਾ ਅਰਥ ਇਹੀ ਹੈ ਪ੍ਰਾਣ ਲਿਆ। ਤੇ ਜਿਹੜਾ ਹਰਮੰਦਰ ਸਾਹਿਬ ਹੀ ਆ ਗਿਆ ਉਹਨੂੰ ਕਿਸੇ ਹੋਰ ਮੰਦਰ ਜਾਣ ਦੀ ਕੀ ਲੋੜ ਹੈ? ਬਈ ਇੱਕ ਬੇਨਤੀ ਕਰਾਂ ਬਈ ਜਿਹੜਾ ਹਰਮੰਦਰ ਸਾਹਿਬ ਚਲਿਆ ਗਿਆ ਸਿੱਖ, ਉਹਨੂੰ ਕਿਸੇ ਹੋਰ ਮੰਦਰ ਜਾਣ ਦੀ ਲੋੜ ਨਹੀਂ। ਹਰ ਮੰਦਰ ਤੇ ਇੱਕੋ ਹੀ ਹੈ। ਮੈਂ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਦੀ ਲਿਖੀ ਕਿਤਾਬ ਪੜ੍ਹ ਰਿਹਾ ਸੀ, ਸਿੱਖ ਇਤਿਹਾਸ, 112 ਨੰਬਰ ਪੇਜ ਤੇ ਬੜੀ ਵਧੀਆ ਕਹਾਣੀ ਇੱਕ ਜਿਹੜੀ ਸਾਖੀ ਆਈ। ਇੱਕ ਦਿਨ ਸਤਿਗੁਰੂ ਜੰਗ ਜਿੱਤ ਕੇ ਆਏ, ਮਹਾਰਾਜ ਬਹੁਤ ਖੁਸ਼ ਹੋਏ ਤੇ ਕਹਿੰਦੇ ਸਿੱਖੋ ਮੰਗ ਲਓ। ਸਿੰਘੋ ਕੀ ਮੰਗਦੇ ਹੋ? ਕਹਿੰਦੇ ਮਹਾਰਾਜ ਕਿਸੇ ਦਾ ਪੁੱਤ ਸ਼ਹੀਦ ਹੋ ਗਿਆ, ਕਿਸੇ ਦਾ ਪਿਓ ਸ਼ਹੀਦ ਹੋ ਗਿਆ, ਕਿਸੇ ਦਾ ਭਤੀਜਾ ਸ਼ਹੀਦ ਹੋ ਗਿਆ। ਮਹਾਰਾਜ ਸ਼ਹਾਦਤਾਂ ਮੰਗੀਆਂ ਸੀ, ਮਿਲ ਗਈਆਂ। ਵੱਡੀ ਦਾਤ ਹੈ, ਸ਼ਹੀਦੀਆਂ ਦੀ ਵਿਰਲਾ ਹੀ ਕੋਈ ਮੰਗ ਸਕਦਾ ਹੈ। ਤੇ ਮਹਾਰਾਜ ਕਹਿੰਦੇ ਨਹੀਂ, ਕੋਈ ਬਚਨ ਹੋਰ ਜਿਹੜਾ ਹੈ ਇਹਨੂੰ ਕਿਤੇ ਮੋੜਿਓ ਨਾ। ਤੀਜਾ ਬਚਨ ਮਹਾਰਾਜ ਕਹਿੰਦੇ ਮੰਗੋ। ਤੇ ਸਿੰਘਾਂ ਨੇ ਕਿਹਾ ਮਹਾਰਾਜ ਪੰਜਾਬ ਚਾਹੀਦਾ। ਵਾਹਿਗੁਰੂ। ਪੰਜਾਬ ਵੱਡੀ ਗੱਲ ਹੈ ਇਹਦੇ ਵਿੱਚ। ਉਦੋਂ ਮੰਗਿਆ ਸਿੰਘਾਂ ਨੇ ਪੰਜਾਬ, ਤੇ ਪੰਜਾਬ ਲਈ ਵੱਡੇ ਘੋਲ ਕੀਤੇ, ਵੱਡੀਆਂ ਕੁਰਬਾਨੀਆਂ ਕੀਤੀਆਂ। ਅੱਜ ਪੰਜਾਬ ਤੋਂ ਟੁੱਟਦੇ ਜਾ ਰਹੇ ਆ। ਮੈਂ ਕੈਨੇਡਾ ਗਿਆ 18 ਵਾਰ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਗਏ ਹਾਂ। ਵੱਡੇ ਵੱਡੇ ਗੁਰਦੁਆਰਾ ਸਾਹਿਬ ਵੇਖੇ ਨੇ। ਚੰਗੀ ਗੱਲ ਹੈ, ਸਿੱਖੀ ਬੜੀ ਚੜ੍ਹਦੀ ਕਲਾ ਚ, ਸਾਰੇ ਪਾਸੇ ਜਾਂਦੇ ਨੇ ਸਿੱਖ। ਕਿਰਤ ਦੇ ਝੰਡੇ ਗੱਡੇ ਨੇ, ਵੀ ਬਾਬੇ ਨਾਨਕ ਦੀ ਬਖਸ਼ੀ ਕਿਰਤ ਹੈ, ਨਹੀਂ ਤੇ ਸਾਨੂੰ ਕੌਣ ਪੁੱਛੇ। ਪਰ ਮੈਂ ਬੇਨਤੀ ਕਰਾਂ, ਜਿਵੇਂ ਅਸੀਂ ਜਿਹੜੀ ਦੌੜ ਚ ਪੈ ਗਏ ਨਾ, ਆਇਲਟ ਸਾਡੇ ਬੱਚੇ ਕਰਦੇ ਆ +2 ਕਰਕੇ ਤੇ ਚੱਲ ਕੈਨੇਡਾ, ਪੰਜਾਬ ਵਿਹਲਾ ਹੁੰਦਾ ਜਾ ਰਿਹਾ ਹੈ, ਮੂਲ ਨਾਲੋਂ ਟੁੱਟ ਰਹੇ ਆ। ਗੁਰਦੁਆਰੇ ਬਣਾ ਲੋਗੇ, ਸਕੂਲ ਬਣਾ ਲੋਗੇ, ਬਾਹਰ ਖਾਲਸਾ ਸਕੂਲ ਬਣੇ ਹੋਏ ਨੇ, ਸਭ ਕੁਝ ਬਣ ਸਕਦਾ ਹੈ। ਹਰਮੰਦਰ ਸਾਹਿਬ ਤੇ ਨਹੀਂ ਨਾ ਬਣ ਸਕਦਾ ਬਾਹਰ ਕਿਤੇ, ਇਹ ਤੇ ਨਹੀਂ ਨਾ ਬਣੇਗਾ। ਇਸ ਕਰਕੇ ਆਓ ਮੂਲ ਨਾਲ ਜੁੜੇ ਰਹਿਣਾ ਸਾਡਾ ਫਰਜ਼ ਹੈ। ਬੜੀ ਵੱਡੀ ਨਸਲਕੁਸ਼ੀ ਹੈ, ਇਹ ਤੋਂ ਨਹੀਂ ਅਸੀਂ ਬਚ ਸਕਦੇ। ਬਾਕੀਆਂ ਤੋਂ ਤੇ ਬਚ ਗਏ, ਬਾਕੀਆਂ ਤੋਂ ਅਸੀਂ ਬਚ ਗਏ ਆ। ਆ ਜਿਹੜੀ ਨਸਲਕੁਸ਼ੀ ਸਾਡੀ ਤੀਜੀ ਚੌਥੀ ਪੀੜ੍ਹੀ ਜਾ ਕੇ ਬਾਹਰ ਸਿੱਖੀ ਤੋਂ ਪਤਤ ਹੋ ਗਈ। ਬਸ ਇਹ ਤੋਂ ਬਚਣਾ ਬਹੁਤ ਔਖਾ ਹੈ। ਬੇਨਤੀ ਕਰਾਂ ਜੁੜੇ ਰਹੋ। ਆਓ ਹਰਮੰਦਰ ਸਾਹਿਬ ਮੱਥਾ ਟੇਕ ਕੇ ਮੁੜਦੇ ਹੋ, ਇਹ ਨਾ ਹੋਵੇ ਅਸੀਂ ਦਰਸ਼ਨੀ ਡੋੜੀ ਤੇ ਆ ਕੇ ਸੱਜੇ ਖੱਬੇ ਹੋ ਜਾਈਏ। ਸਾਹਮਣੇ ਵੇਖਣਾ ਸਿੱਖ ਨੇ, ਸਾਹਮਣੇ। ਹਰਮੰਦਰ ਸਾਹਿਬ ਮੱਥਾ ਟੇਕ ਕੇ ਦਰਸ਼ਨੀ ਡੋੜੀ ਤੋਂ ਸਾਹਮਣੇ ਵੇਖਣਾ ਹੈ। ਕੀ ਹੈ ਭਲਾ? ਅਰਜਨ ਕਾਇਆ ਪਲਟ ਕੇ ਮੂਰਤ ਹਾਰ ਗੋਬਿੰਦ ਸਵਾਰੀ। ਅਸੀਂ ਅਕਾਲ ਤਖਤ ਸਾਹਿਬ ਜਾਈਏ, ਫਿਰ ਸਾਨੂੰ ਪਤਾ ਲੱਗੇ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਖਲੋਤੇ ਉਹ ਯੋਧੇ, ਉਹ ਮਰਜੀਵੜੇ। ਇੱਕ ਦਾ ਨਾਮ ਭਾਈ ਸਤਵੰਤ ਸਿੰਘ ਹੈ ਤੇ ਦੂਸਰੇ ਦਾ ਨਾਮ ਭਾਈ ਬੇਅੰਤ ਸਿੰਘ ਹੈ। ਇਹ ਦੋਵੇਂ ਸੂਰਮੇ ਅੱਗੇ ਖਲੋਤੇ ਹੋਏ ਨੇ। ਇਹਨਾਂ ਨੂੰ ਤਿਆਰ ਕਰਨ ਵਾਲਾ ਹੈ, ਇਹਨਾਂ ਦੇ ਪਿਛਲੇ ਪਾਸੇ ਖਲੋਤਾ ਹੋਇਆ ਹੈ, ਉਹਦਾ ਨਾਮ ਹੈ ਸਰਦਾਰ ਕੇਰ ਸਿੰਘ। ਇਹਨਾਂ ਦੋਵਾਂ ਨੂੰ ਤਿਆਰ ਕੇਰ ਸਿੰਘ ਨੇ ਕੀਤਾ, ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ। ਪਾਇਆ ਗਲ ਵਿੱਚ ਪੱਲਾ। ਖੰਡਰਾ ਅਕਾਲ ਤਖਤ ਸਾਹਿਬ ਜਦੋਂ ਵੇਖਿਆ ਸਭ ਕੁਝ, ਤੇ ਦੋਵਾਂ ਜਣਿਆਂ ਨੇ ਇੱਕ ਪ੍ਰਾਣ ਲਿਆ ਏ। ਤੇ ਕੀ ਕਹਿ ਰਹੇ ਨੇ? ਆ ਦੋ ਕਬੂਲ ਬੂਟਾ ਸਿੰਘ ਤੇ ਸੁਖਚੈਨ ਸਿੰਘ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ। ਬਦਲਾ ਅਕਾਲ ਤਖਤ ਦਾ ਲੈਣਾ ਜਿੰਦ ਬਹਾਰ ਕੇ, ਬਦਲਾ ਅਕਾਲ ਤਖਤ ਦਾ ਲੈਣਾ ਜਿੰਦ ਬਹਾਰ ਕੇ, ਬਦਲਾ ਅਕਾਲ ਤਖਤ ਦਾ ਕੀਤੇ ਆ ਦਰਸ਼ਨ ਸਿੰਘਾਂ ਸੱਚਖੰਡ ਹਰਿਮੰਦਰ ਦੇ। ਬੋਲੇ ਜਜ਼ਬਾਤ ਝੱਟ ਸੀ ਦੋਹਾਂ ਦੇ ਅੰਦਰ ਦੇ, ਬੋਲੇ ਜਜ਼ਬਾਤ ਝੱਟ ਸੀ। ਬਖਸ਼ੋ ਬਲ ਸਤਿਗੁਰ ਸਾਨੂੰ, ਬਖਸ਼ੋ ਬਲ ਸਤਿਗੁਰ ਸਾਨੂੰ, ਕਹਿੰਦੇ ਵਿਚਾਰ ਕੇ ਬਦਲਾ ਅਕਾਲ ਤਖਤ ਦਾ ਲੈਣਾ ਜਿੰਦ ਬਹਾਰ ਕੇ, ਬਦਲਾ ਅਕਾਲ ਤਖਤ ਦਾ। ਉਹ ਜ਼ੁਲਮ ਜੋ ਸਿੱਖਾਂ ਉੱਤੇ ਕੀਤੇ ਸਰਕਾਰ ਨੇ,
सरकार ने हर ओ पल ओ गैरत साडी रहिंदे बंगार दे हर पल ओ गैरत साडी डुलिया जो खून बदोचा डुलिया जो खून बदोचा रखना मुल तार के बदला अकाल तख्त दा लेना जिंद बाहर के बदला अकाल तख्त दा बढ़िया जो पाए पूरने ओही कर छड़ांगे कौम दे सीने बजिया कंडा ओ कड्डांगे कौम दे सीने बजिया सजरा ही वैर लवांगे सजरा ही वैर लवांगे सजरा ही वैर लवांगे दुश्मन नू मार के बदला अकाल तख्त दा लेना जिंद बाहर के बदला अकाल तख्त दा देखिया जो अखी सागर जरिया हो जांदा नहीं देखिया जो अखी सागर जरिया हो जांदा नहीं सिंह हो के बेअणखे ही मरिया ते जांदा नहीं सिंह हो के बेअणखे ही ओ पौना है मोड़ नहीं होंदा पौना है मोड़ नहीं होंदा पौना है मोड़ नहीं होंदा बाजिया तो हार के बदला अकाल तख्त दा लेना जिंद बाहर के बदला अकाल तख्त दा लेना जिंद बाहर के